चाइना ने हिंदुस्तान की जमीन छीनी है, हमारी जमीन हड़पी। प्रधानमंत्री जी, आप चुप क्यों हैं? आप कहां छुप गए हैं? आप बाहर आइए, पूरा देश, हम सब आपके साथ खड़े हैं। डरिए मत। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਖਬਰ ਤੇ ਉਸੇ ਦਿਨ ਹੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਪਰ 16 ਜੂਨ ਨੂੰ ਭਾਰਤ ਚੀਨ ਸਰਹੱਦ ਦੇ ਉੱਤੇ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਜੂਨ ਨੂੰ ਦੁਪਹਿਰ 2:25 ਤੱਕ ਵੀ ਕੋਈ ਨਿੱਜੀ ਬਿਆਨ ਜਾਰੀ ਨਹੀਂ ਕੀਤਾ। ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਚੀਨ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ 19 ਜੂਨ ਨੂੰ ਸਰਬਦਲੀ ਬੈਠਕ ਹੈ ਜਿਹੜੀ ਉਹ ਬੁਲਾਈ ਹੈ ਅਤੇ ਚੀਨ ਨੂੰ ਆੜੇ ਹੱਥੀ ਲੈਣ ਵਾਲੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਅਖਵਾਉਂਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਮਸਲੇ ਤੇ ਆਪਣਾ ਕੋਈ ਨਿੱਜੀ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਪੂਰੇ ਹਾਲਾਤ ਤੇ ਬਰੀਕੀ ਦੇ ਨਾਲ ਨਜ਼ਰ ਰੱਖ ਰਿਹਾ ਹੈ। ਇਹ ਵੀ ਸਲਾਹ ਦਿੱਤੀ ਹੈ ਕਿ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਦੇ ਨਾਲ ਇਸ ਮੁੱਦੇ ਨੂੰ ਸੁਲਝਾ ਲੈਣਾ ਚਾਹੀਦਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਵੀ ਇਸ ਮਸਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਤੇ ਵੱਡੇ ਸਵਾਲ ਖੜੇ ਕੀਤੇ ਨੇ। ਰਾਹੁਲ ਗਾਂਧੀ ਨੇ ਇੱਕ ਤੰਜ਼ ਭਰੇ ਲਹਿਜੇ ਦੇ ਵਿੱਚ ਨਰਿੰਦਰ ਮੋਦੀ ਨੂੰ ਸਵਾਲ ਵੀ ਕੀਤੇ ਨੇ, ਉਹਨਾਂ ਦੀ ਚੁੱਪੀ ਤੇ ਨਾਲ ਸਲਾਹ ਵੀ ਦਿੱਤੀ ਹੈ, ਹੌਸਲਾ ਵੀ ਦਿੱਤਾ ਹੈ। ਰਾਹੁਲ ਗਾਂਧੀ ਕਹਿੰਦੇ ਨੇ ਕਿ ਬਾਹਰ ਨਿਕਲੋ, ਤੁਸੀਂ ਕਿੱਥੇ ਲੁਕ ਗਏ ਹੋ, ਡਰੋ ਨਾ, ਸੱਚਾਈ ਦੱਸੋ, ਸਾਰਾ ਦੇਸ਼ ਤੁਹਾਡੇ ਨਾਲ ਹੈ, ਅਸੀਂ ਵੀ ਤੁਹਾਡੇ ਨਾਲ ਆ। 2 दिन पहले हिंदुस्तान के 20 सैनिक शहीद हुए, उनको उनके परिवारों से छीना गया। चाइना ने हिंदुस्तान की जमीन छीनी है, हमारी जमीन हड़पी है। प्रधानमंत्री जी, आप चुप क्यों हैं? आप कहां छुप गए हैं? आप बाहर आइए, पूरा देश, हम सब आपके साथ खड़े हैं, एक साथ खड़ा हुआ है आपके साथ देश। बाहर आइए, देश को सच्चाई बताइए, डरिए मत। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ ਜਦੋਂ ਇਹ ਘਟਨਾ ਵਾਪਰੀ ਹੈ, ਭਾਰਤ ਦੇ 20 ਫੌਜੀ ਜਵਾਨ ਸ਼ਹੀਦ ਹੋਏ ਨੇ ਇੱਕ ਕਰਨਲ ਦੇ ਸਮੇਤ, ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਹੁਣ ਚੁੱਪ ਰਹਿਣ ਦਾ ਸਮਾਂ ਨਹੀਂ ਹੈ, ਹੁਣ ਵਕਤ ਆ ਗਿਆ ਹੈ ਕੁਝ ਕਰਨ ਦਾ। 16 ਜੂਨ ਨੂੰ ਭਾਰਤੀ ਸੈਨਾ ਨੇ ਅਧਿਕਾਰਿਤ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਦੇ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਲੜਾਈ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਨੇ। ਅਧਿਕਾਰਿਤ ਜਾਣਕਾਰੀ ਦੇ ਮੁਤਾਬਿਕ ਜ਼ਖਮੀ ਫੌਜੀਆਂ ਅਤੇ ਲਾਪਤਾ ਜਵਾਨਾਂ ਦੀ ਗਿਣਤੀ ਦਾ ਹਾਲੇ ਨਹੀਂ ਪਤਾ ਹੈ। ਇਹ ਭੇਦ ਹਾਲੇ ਬਰਕਰਾਰ ਹੈ। 16 ਜੂਨ ਦੀ ਸਵੇਰ ਨੂੰ ਸੈਨਾ ਨੇ ਬਿਆਨ ਜਾਰੀ ਕੀਤਾ ਸੀ ਕਿ ਭਾਰਤੀ ਫੌਜ ਤੇ ਇੱਕ ਕਰਨਲ ਤੇ 2 ਜਵਾਨ ਸ਼ਹੀਦ ਹੋਏ ਨੇ, ਪਰ ਸ਼ਾਮ ਤੱਕ ਇਹ ਜਾਣਕਾਰੀ ਆ ਗਈ ਸੀ ਕਿ ਟੋਟਲ 20 ਜਵਾਨ ਨੇ ਜਿਹੜੇ ਉਹ ਸ਼ਹੀਦੀ ਪਾ ਗਏ ਨੇ ਸਰਹੱਦ ਦੇ ਉੱਤੇ। ਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਗੋਲੀਬਾਰੀ ਦੋਵਾਂ ਪਾਸਿਓਂ ਨਹੀਂ ਹੋਈ ਹੈ, ਚੀਨੀ ਸੈਨਾ ਦੇ ਵੱਲੋਂ ਪੱਥਰਾਂ ਤੇ ਡਾਂਗਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਚੀਨ ਵਾਲੇ ਪਾਸੇ ਵੀ ਜਾਨੀ ਨੁਕਸਾਨ ਹੋਇਆ ਹੈ। ਭਾਰਤੀ ਸੈਨਾ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ 16 ਜੂਨ ਦੀ ਸਵੇਰ ਤੱਕ 3 ਜਣੇ ਸ਼ਹੀਦ ਹੋਏ ਸੀ, 17 ਜਵਾਨ ਨੇ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਅਤੇ ਗਲਵਾਨ ਘਾਟੀ ਦੇ ਵਿੱਚ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਉਹਨਾਂ 17 ਫੌਜੀਆਂ ਦੀ ਵੀ ਮੌਤ ਹੋ ਗਈ ਸੀ ਤੇ 20 ਜਣੇ ਕੁੱਲ ਸ਼ਹੀਦ ਹੋ ਗਏ। ਸ਼ਹੀਦ ਫੌਜੀਆਂ ਵਿੱਚੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਗੁਰਤੇਜ ਸਿੰਘ ਵੀ ਆਪਣੀ ਜ਼ਿੰਦਗੀ ਸਰਹੱਦਾਂ ਦੀ ਲੜਾਈ ਦੇ ਲੇਖੇ ਲੱਗ ਗਿਆ। ਭਾਰਤ ਅਤੇ ਚੀਨ ਮੁਲਕਾਂ ਦੀ ਸਰਹੱਦੀ ਲੜਾਈ ਦੇ ਵਿੱਚ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਦੋਵੇਂ ਮੁਲਕ ਕੀ ਬਿਆਨ ਦੇ ਰਹੇ ਨੇ ਸਰਕਾਰੀ ਤੌਰ ਦੇ ਉੱਤੇ। ਭਾਰਤ ਅਤੇ ਚੀਨ ਮੁਲਕਾਂ ਦੀ ਸਰਹੱਦੀ ਲੜਾਈ ਦੇ ਵਿੱਚ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਦੋਵੇਂ ਮੁਲਕ ਕੀ ਬਿਆਨ ਦੇ ਰਹੇ ਨੇ ਸਰਕਾਰੀ ਤੌਰ ਦੇ ਉੱਤੇ। ਭਾਰਤ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਜੋ ਕੱਲ ਝੜਪ ਹੋਈ ਹੈ ਸਰਹੱਦ ਦੇ ਉੱਤੇ ਗਲਵਾਨ ਵਾਦੀ ਦੇ ਵਿੱਚ, ਉਸ ਦੇ ਵਿੱਚ ਚੀਨ ਦੇ ਵੀ 43 ਸੈਨਿਕ ਨੇ ਜਾਂ ਤਾਂ ਮਾਰੇ ਗਏ ਨੇ ਤੇ ਜਾਂ ਫਿਰ ਫੱਟੜ ਹੋਏ ਨੇ, ਪਰ ਚੀਨ ਆਪਣੇ ਕਿਸੇ ਵੀ ਜਾਨੀ ਨੁਕਸਾਨ ਨੂੰ ਮੰਨ ਨਹੀਂ ਰਿਹਾ। ਚੀਨ ਨੇ ਕੋਈ ਅਧਿਕਾਰਿਤ ਬਿਆਨ ਹੈ ਜਿਹੜਾ ਉਹ 16 ਜੂਨ ਤੱਕ ਜਾਰੀ ਨਹੀਂ ਕੀਤਾ ਸੀ ਤੇ ਨਾ ਹੀ ਭਾਰਤ ਨੇ ਕੀਤਾ ਸੀ। ਅੱਜ
ਅੱਜ ਦੋਵੇਂ ਸਰਕਾਰਾਂ ਦੇ ਅਧਿਕਾਰਿਤ ਤੌਰ ਤੇ ਬਿਆਨ ਆਏ ਨੇ। ਹਾਲਾਂਕਿ ਕੱਲ ਚੀਨ ਦੇ ਇੱਕ ਅਖਬਾਰ ਗਲੋਬਲ ਟਾਈਮਸ ਦੇ ਸੰਪਾਦਕ ਨੇ ਇਹ ਜ਼ਰੂਰ ਲਿਖਿਆ ਸੀ ਕਿ ਚੀਨ ਦਾ ਵੀ ਨੁਕਸਾਨ ਹੋਇਆ ਹੈ, ਪਰ ਜਾਨੀ ਨੁਕਸਾਨ ਹੋਇਆ ਹੈ, ਕਿਸ ਤਰੀਕੇ ਦਾ ਹੋਇਆ ਇਸ ਬਾਰੇ ਕੋਈ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ ਸੀ। ਅੱਜ ਚੀਨ ਦੀ ਸਰਕਾਰੀ ਮੀਡੀਆ ਏਜੰਸੀ ਸ਼ਿਨਹੁਆ ਦੇ ਮੁਤਾਬਿਕ ਪੀਪਲ ਲਿਬਰੇਸ਼ਨ ਆਰਮੀ यानी कि PLA ਦੇ ਪੱਛਮੀ ਥੀਏਟਰ ਕਮਾਂਡ ਦੇ ਬੁਲਾਰੇ ਚਾਂਗ ਸ਼ੂਇਲੀ ਦਾ ਬਿਆਨ ਆਇਆ ਹੈ। ਚੀਨ ਨੇ ਕਿਹਾ ਹੈ ਕਿ ਭਾਰਤ ਆਪਣੇ ਸੈਨਿਕਾਂ ਨੂੰ ਰੋਕੇ, यानी कि ਆਪਣੇ ਬਿਆਨ ਦੇ ਵਿੱਚ ਚੀਨ ਨੇ ਭਾਰਤ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਕਿਹਾ ਕਿ ਵਿਵਾਦ ਖਤਮ ਕਰਨ ਦੇ ਸਹੀ ਰਾਹ ਤੇ ਭਾਰਤ ਨੂੰ ਅੱਗੇ ਵਧਣਾ ਚਾਹੀਦਾ ਹੈ। ਚੀਨ ਨੇ ਭਾਰਤ ਤੇ ਹੀ ਇਲਜ਼ਾਮ ਲਾ ਦਿੱਤਾ ਹੈ। ਚਾਂਗ ਨੇ ਕਿਹਾ ਕਿ ਭਾਰਤੀ ਸੈਨਿਕਾਂ ਨੇ ਆਪਣੇ ਵਾਅਦੇ ਦੀ ਉਲੰਘਣਾ ਕੀਤੀ ਅਤੇ LAC ਨੂੰ ਪਾਰ ਕੀਤਾ 16 ਜੂਨ ਨੂੰ। ਇਸ ਦੇ ਨਾਲ ਹੀ ਚਾਂਗ ਨੇ ਇਹ ਵੀ ਕਿਹਾ ਕਿ ਭਾਰਤੀ ਸੈਨਾ ਨੇ ਜਾਣਬੁੱਝ ਕੇ ਚੀਨੀ ਬਲਾਂ ਨੂੰ ਉਕਸਾਇਆ ਤੇ ਫਿਰ ਹਮਲਾ ਕੀਤਾ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਕਾਰ ਆਮੋ ਸਾਹਮਣੇ ਝੜਪ ਹੋਈ ਅਤੇ ਖੂਨੀ ਜੰਗ ਦਾ ਕਾਰਨ ਬਣੀ। ਚਾਂਗ ਨੇ ਕਿਹਾ ਕਿ ਮੈਂ ਮੰਗ ਕਰਦਾ ਕਿ ਭਾਰਤ ਆਪਣੇ ਸੈਨਿਕਾਂ ਨੂੰ ਸਖਤੀ ਨਾਲ ਰੋਕੇ ਅਤੇ ਗੱਲਬਾਤ ਦੇ ਜ਼ਰੀਏ ਮਸਲੇ ਨੂੰ ਸੁਲਝਾਏ। ਹੁਣ ਇਸ ਪੂਰੇ ਬਿਆਨ ਦੇ ਵਿੱਚ ਚਾਂਗ ਨੇ ਕਿਤੇ ਵੀ ਨਹੀਂ ਦੱਸਿਆ ਕਿ ਚੀਨੀ ਸੈਨਿਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ, ਚੀਨ ਇਸ ਨੁਕਸਾਨ ਨੂੰ ਕਿਉਂ ਲੁਕੋ ਰਿਹਾ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਗੱਲ ਕਰ ਲੈਂਦੇ ਹਾਂ ਭਾਰਤ ਵਾਲੇ ਪਾਸੇ ਦੀ ਕਿ ਭਾਰਤ ਨੇ ਅਧਿਕਾਰਿਤ ਤੌਰ ਤੇ ਸੈਨਾ ਤੋਂ ਇਲਾਵਾ ਸਰਕਾਰ ਨੇ ਕੀ ਬਿਆਨ ਜਾਰੀ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਦਰਮਿਆਨ ਹਿੰਸਕ ਝੜਪ ਹੋਈ। ਸ਼੍ਰੀਵਾਸਤਵ ਕਹਿੰਦੇ ਨੇ ਕਿ 15 ਜੂਨ ਦੀ ਰਾਤ ਨੂੰ ਚੀਨੀ ਪੱਖ ਨੇ ਇੱਕ ਤਰਫਾ ਤਰੀਕੇ ਦੇ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਪਾਸੇ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਇਆ, ਜਿਹਨੂੰ ਟਾਲਿਆ ਵੀ ਜਾ ਸਕਦਾ ਸੀ। ਭਾਰਤ ਨੇ ਸ਼ਾਂਤੀ ਨਾਲ ਮਸਲਾ ਸੁਲਝਾਉਣ ਦੀ ਅਪੀਲ ਵੀ ਕੀਤੀ ਹੈ। ਦੋਵੇਂ ਦੇਸ਼ ਨੇ ਜਿਹੜੇ ਉਹ ਸ਼ਾਂਤੀ ਦੇ ਨਾਲ ਮਸਲਾ ਸੁਲਝਾਉਣ ਦਾ ਦਾਅਵਾ ਪਿਛਲੇ ਕਿੰਨੇ ਦਿਨਾਂ ਤੋਂ ਕਰ ਰਹੇ ਨੇ, ਜਦ ਕਿ ਜੇ ਆਪਾਂ ਹਕੀਕਤ ਦੇ ਵਿੱਚ ਦੇਖ ਲਈਏ ਦੋਵਾਂ ਮੁਲਕਾਂ ਦੇ ਵਿੱਚ ਸਰਹੱਦਾਂ ਦਾ ਜਿਹੜਾ ਤਣਾਅ ਹੈ ਉਹ ਪਿਛਲੇ ਮਹੀਨੇ ਤੋਂ ਹੀ ਸ਼ੁਰੂ ਹੋ ਗਿਆ ਸੀ, ਮਈ ਮਹੀਨੇ ਤੋਂ ਹੀ ਸ਼ੁਰੂ ਹੋ ਚੁੱਕਿਆ। ਪਰ ਜਦੋਂ ਵੀ ਅਧਿਕਾਰਿਤ ਤੌਰ ਤੇ ਸਰਕਾਰਾਂ ਦੇ ਬਿਆਨ ਆਉਂਦੇ ਜਾਂ ਫਿਰ ਫੌਜਾਂ ਦੇ ਬਿਆਨ ਆਉਂਦੇ, ਉਹ ਇਹੀ ਕਹਿੰਦੇ ਸੀ ਕਿ ਅਸੀਂ ਦੁਵੱਲੀ ਗੱਲਬਾਤ ਦੇ ਵਿੱਚ ਸਾਰੇ ਸੰਚਾਰ ਸਾਧਨਾਂ ਦੇ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹੋ ਜਿਹਾ ਆਖਿਰਕਾਰ ਕੀ ਹੋ ਗਿਆ ਕਿ ਕੱਲ ਸਰਹੱਦ ਦੇ ਉੱਤੇ ਦੋਵਾਂ ਫੌਜਾਂ ਦੀ ਝੜਪ ਹੋਈ ਤੇ ਇੰਨਾ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਗਿਆ। ਭਾਰਤ ਨੇ ਤਾਂ ਇਸ ਨੂੰ ਅਧਿਕਾਰਿਤ ਤੌਰ ਤੇ ਗਿਣਤੀ ਨੂੰ ਦੱਸ ਵੀ ਦਿੱਤਾ ਕਿ 20 ਫੌਜੀ ਨੇ ਜਿਹੜੇ ਉਹ ਸਾਡੇ ਮਾਰੇ ਜਾ ਚੁੱਕੇ ਨੇ। ਚੀਨ ਹਾਲਾਂਕਿ ਇਸ ਗੱਲ ਨੂੰ ਲੁਕੋ ਰਿਹਾ ਹੈਗਾ। ਦੋਵਾਂ ਦੇਸ਼ਾਂ ਦੀ ਸੈਨਾ ਦੇ ਵਿੱਚ ਪਿਛਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ, ਯਾਨੀ ਕਿ ਮਈ ਦੀ ਸ਼ੁਰੂਆਤ ਤੋਂ ਹੀ ਲੱਦਾਖ ਦੇ ਵਿੱਚ ਜਿਹੜੀ ਝੜਪ ਹੈ ਉਹ ਹੋਣੀ ਸ਼ੁਰੂ ਹੋ ਗਈ ਸੀ। ਸਿੱਕਿਮ ਦੇ ਨਾਮੁਲਾ ਦੇ ਵਿੱਚ ਹੱਥੋਂ-ਪਾਈ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕ ਵੱਡੀ ਗਿਣਤੀ ਦੇ ਵਿੱਚ ਸਰਹੱਦ ਦੇ ਉੱਤੇ ਤਾਇਨਾਤ ਹੋ ਗਏ ਸੀ। ਸ਼ਾਂਤੀ ਦੀ ਗੱਲ ਦੋਵੇਂ ਸਰਕਾਰਾਂ ਕਰਦੀਆਂ ਸੀ, ਪਰ ਫੌਜਾਂ ਨੇ ਜਿਹੜੀਆਂ ਦੋਵਾਂ ਦੇਸ਼ਾਂ ਦੀਆਂ ਉਹਨਾਂ ਨੇ ਸਰਹੱਦ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਆਪਣਾ ਜਿਹੜਾ ਜੰਗੀ ਸਾਜ਼ੋ ਸਮਾਨ ਹੈ ਤੇ ਨਾਲ ਵੱਧ ਫੌਜੀ ਨੇ ਜਿਹੜੇ ਉਹ ਤਾਇਨਾਤ ਕਰ ਦਿੱਤੇ ਸੀ। ਇਸ ਪੂਰੇ ਮਸਲੇ ਦੇ ਦਰਮਿਆਨ ਤਾਜ਼ਾ ਜਾਣਕਾਰੀ ਇਹ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਦੇ ਵਿੱਚ ਸੰਚਾਰ ਦੇ ਸਾਰੇ ਸਾਧਨ ਨੇ ਜਿਹੜੇ ਇਸ ਵਕਤ ਬੰਦ ਕਰ ਦਿੱਤੇ ਗਏ ਨੇ। ਲੱਦਾਖ ਦੇ ਵਿੱਚ ਉਸ ਵਕਤ ਵੀ ਸੰਚਾਰ ਦੇ ਸਾਧਨ ਬੰਦ ਕੀਤੇ ਗਏ ਸੀ ਜਦੋਂ ਧਾਰਾ 370 ਨੂੰ ਕਸ਼ਮੀਰ ਦੇ ਵਿੱਚੋਂ ਹਟਾਇਆ ਗਿਆ ਸੀ, ਤੇ ਹੁਣ ਫਿਰ ਉੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹ ਕਿਵੇਂ ਸੰਚਾਰ ਦੇ ਸਾਧਨਾਂ ਤੋਂ ਬਿਨਾਂ ਰਹਿਣਗੇ, ਰਹਿ ਰਹੇ ਹੋਣਗੇ ਤੇ ਕਿੰਨੀ ਦੇਰ ਤੱਕ ਰਹਿਣਗੇ, ਇਹ ਵੀ ਇੱਕ ਵੱਡਾ ਸਵਾਲ ਹੈ। ਹੁਣ ਜਾਣ ਲਈਏ ਕਿ ਗਲਵਾਨ ਘਾਟੀ ਆਖਿਰਕਾਰ ਇੰਨੀ ਅਹਿਮ ਕਿਉਂ ਹੈ ਜਿਹਦੀ ਖਾਤਰ ਦੋਵੇਂ ਮੁਲਕ ਨੇ ਜਿਹੜੇ ਉਹ ਲੜ ਰਹੇ ਨੇ। ਗਲਵਾਨ ਘਾਟੀ ਵਿਵਾਦਿਤ ਖੇਤਰ ਅਕਸਾਈ ਚੀਨ ਦੇ ਵਿੱਚ ਪੈਂਦੀ ਹੈ। ਇਹ ਘਾਟੀ ਲੱਦਾਖ ਤੇ ਅਕਸਾਈ ਚੀਨ ਦੇ ਵਿਚਕਾਰ ਭਾਰਤ ਚੀਨ ਦੇ ਨੇੜੇ ਸਥਿਤ ਹੈ। ਇੱਥੇ ਅਸਲ ਦੇ ਵਿੱਚ ਨਿਯੰਤਰਣ ਰੇਖਾ LAC ਜਿਹੜੀ ਭਾਰਤ ਤੇ ਚੀਨ ਦੇ ਵਿਚਕਾਰ ਰੇਖਾ ਹੈਗੀ ਹੈ ਉਸ ਨੂੰ LAC ਕਿਹਾ ਜਾਂਦਾ ਹੈ। ਉਹ ਚੀਨ ਨੂੰ ਭਾਰਤ ਤੋਂ ਵੱਖ ਕਰਦੀ ਹੈ। ਅਕਸਾਈ ਚੀਨ ਉੱਤੇ ਭਾਰਤ ਅਤੇ ਚੀਨ ਦੋਵੇਂ ਹੀ ਆਪੋ ਆਪਣਾ ਦਾਅਵਾ ਠੋਕਦੇ ਨੇ। ਗਲਵਾਨ ਘਾਟੀ ਚੀਨ ਦੇ ਦੱਖਣੀ ਸ਼ਿਨਜਿਆਂਗ ਅਤੇ ਭਾਰਤ ਦੇ ਵਿੱਚ ਲੱਦਾਖ ਤੱਕ ਫੈਲੀ ਹੋਈ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਨੇ SD ਮੁਨੀ, ਉਹ ਕਹਿੰਦੇ ਨੇ ਕਿ ਇਹ ਖੇਤਰ ਹੈ ਜਿਹੜਾ ਇਹ ਇਲਾਕਾ ਹੈ ਉਹ ਰਣਨੀਤਿਕ ਤੌਰ ਤੇ ਭਾਰਤ ਦੇ ਲਈ ਕਾਫੀ ਮਹੱਤਵਪੂਰਨ ਹੈ। ਇਹ ਇਲਾਕਾ ਪਾਕਿਸਤਾਨ, ਚੀਨ ਦੇ ਸ਼ਿਨਜਿਆਂਗ ਅਤੇ ਲੱਦਾਖ ਤੱਕ ਫੈਲਿਆ ਹੋਇਆ ਹੈ। 1962 ਦੀ ਜੰਗ ਦੌਰਾਨ ਵੀ ਗਲਵਾਨ ਘਾਟੀ ਦਾ ਇਹ ਇਲਾਕਾ ਯੁੱਧ ਦਾ ਪ੍ਰਮੁੱਖ ਸਥਾਨ ਰਿਹਾ ਸੀ ਤੇ ਹੁਣ
ਜਿਹੜੀਆਂ ਖਬਰਾਂ ਨੇ ਹੁਣ ਜਿਹੜਾ ਤਣਾਅ ਵਧਿਆ ਹੋਇਆ ਇਸੇ ਕਰਕੇ ਵਧਿਆ ਹੋਇਆ ਕਿਉਂਕਿ ਭਾਰਤ ਨੇ ਪਿਛਲੇ ਕਈ ਮਹੀਨਿਆਂ ਤੋਂ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਜਿਹੜੀ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਭਾਰਤ ਮੰਨਦਾ ਇਹ ਸਾਡਾ ਇਲਾਕਾ ਹੈ, ਚੀਨ ਮੰਨਦਾ ਸਾਡਾ ਇਲਾਕਾ ਹੈ, ਇਸ ਕਰਕੇ ਤਣਾਅ ਰਹਿੰਦਾ ਹੈ। ਹੁਣ ਭਾਰਤ ਨੇ ਜਦੋਂ ਉੱਥੇ ਸੜਕਾਂ ਬਣਾਉਣ ਦਾ ਕੰਮ ਜਾਂ ਹੋਰ ਇਮਾਰਤੀ ਕੰਮ ਸ਼ੁਰੂ ਕੀਤਾ ਹੋਇਆ ਉਸ ਤੋਂ ਬਾਅਦ ਹੈ ਜਿਹੜਾ ਚੀਨ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਜਿਸ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਿੱਚ ਤਣਾਅ ਬਣਿਆ ਹੋਇਆ। ਸੋ ਇਸ ਪੂਰੇ ਮਸਲੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਚੀਨ ਅਤੇ ਭਾਰਤ ਦੇ ਵਿੱਚ ਜੋ ਕੱਲ ਝੜਪ ਹੋਈ ਹੈ ਉਸ ਤੇ ਆਪਣਾ ਬਿਆਨ ਦਿੱਤਾ ਹੈ। 2 ਮਿੰਟ ਦਾ ਮੌਨ ਵੀ ਧਾਰਨ ਕੀਤਾ ਹੈ ਕਿਉਂਕਿ ਜੋ ਕੱਲ ਕਰੋਨਾ ਵਾਇਰਸ ਨੂੰ ਲੈ ਕੇ ਅਗਲੀ ਰਣਨੀਤੀ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਮੀਟਿੰਗ ਚੱਲ ਰਹੀ ਸੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ, ਉਹ ਅੱਜ ਵੀ ਲਗਾਤਾਰ ਜਾਰੀ ਰਹਿਣੀ ਸੀਗੀ ਕਿਉਂਕਿ ਕਰੋਨਾ ਵਾਇਰਸ ਤੇ ਕੋਈ ਰਣਨੀਤੀ ਬਣਨੀ ਹੈ। ਪਰ ਉਹ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਕੁ ਮਿੰਟ ਦੇਸ਼ ਨੂੰ ਸੰਬੋਧਨ ਕੀਤਾ ਹੈ ਇਸ ਮਸਲੇ ਤੇ। ਨਰਿੰਦਰ ਮੋਦੀ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਅਸੀਂ ਭਾਰਤੀ ਸ਼ਾਂਤੀ ਦੇ ਸਮਰਥਕ ਹਾਂ, ਸਾਡਾ ਇਤਿਹਾਸ ਵੀ ਸ਼ਾਂਤੀ ਵਾਲਾ ਰਿਹਾ ਹੈ, ਅਸੀਂ ਚਾਹੁੰਦੇ ਵੀ ਸ਼ਾਂਤੀ ਹਾਂ, ਪਰ ਜੇ ਸਾਨੂੰ ਕੋਈ ਉਕਸਾਏਗਾ ਤੇ ਫਿਰ ਅਸੀਂ ਮੂੰਹ ਤੋੜ ਜਵਾਬ ਵੀ ਦੇਵਾਂਗੇ। ਤੇ ਇਹ ਵੀ ਸਾਫ਼ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਚੀਨ ਤੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਭਾਰਤੀ ਫੌਜੀਆਂ ਨੇ ਚੀਨੀ ਫੌਜੀਆਂ ਨੂੰ ਉਕਸਾਇਆ, ਉਸ ਤੋਂ ਬਾਅਦ ਇਹ ਸਾਰਾ ਜਿਹੜਾ ਸਾਰੀ ਝੜਪ ਹੋਈ ਸੀ ਤੇ ਨੁਕਸਾਨ ਹੋਇਆ ਸੀਗਾ ਭਾਰਤ ਵਾਲੇ ਪਾਸੇ 20 ਫੌਜੀਆਂ ਦਾ। ਤਾਂ ਨਰਿੰਦਰ ਮੋਦੀ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਅਸੀਂ ਕਿਸੇ ਨੂੰ ਉਕਸਾਇਆ ਨਹੀਂ ਹੈ। ਸੋ 2 ਮਿੰਟ ਦਾ ਮੌਨ ਵੀ ਉਸ ਤੋਂ ਬਾਅਦ ਧਾਰਨ ਕੀਤਾ ਸਾਰਿਆਂ ਨੇ ਖੜੇ ਹੋ ਕੇ, ਹਾਲਾਂਕਿ ਵਰਚੁਅਲ ਮੀਟਿੰਗ ਹੈ ਜਿਹੜੀ ਉਹ ਹੋ ਰਹੀ ਸੀ ਤੇ ਸਾਰੇ ਆਪੋ ਆਪਣੀ ਥਾਂ ਤੇ ਜਿੱਥੇ ਵੀ ਬੈਠੇ ਸੀ ਮੁੱਖ ਮੰਤਰੀ ਉੱਥੇ ਉਹਨਾਂ ਨੇ 2 ਮਿੰਟ ਦੇ ਲਈ ਸ਼ਰਧਾਂਜਲੀ ਦਿੱਤੀ ਹੈ। ਸੋ ਕੁਝ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਹੁੰਦੇ ਨੇ ਕਿ ਆਖਿਰਕਾਰ ਭਾਰਤ ਤੇ ਚੀਨ ਦੀ ਜਿਹੜੀ ਇਹ ਸਰਹੱਦੀ ਲੜਾਈ ਹੈ ਉਹ ਕਿੰਨੀ ਲੰਬੀ ਚੱਲੇਗੀ ਤੇ ਇਸ ਦਾ ਅੰਤ ਹੈ ਜਿਹੜਾ ਉਹ ਕੀ ਹੋਵੇਗਾ। ਕੀ ਦੋਵਾਂ ਮੁਲਕਾਂ ਦੇ ਵਿਚਾਲੇ ਗੱਲਬਾਤ ਦਾ ਰਾਹ ਬਚਿਆ ਹੈ? ਜੇ ਬਚਿਆ ਹੈ ਤਾਂ ਉਹ ਰਾਹ ਕੀ ਹੈ? ਇਹ ਸਾਰੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਪੂਰੇ ਮਸਲੇ ਦਰਮਿਆਨ। ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ।